बिस्मिल्लाहिर्रहमानिर्रहीम अस्सलाम वालेकुम व्यूवर्स की हाल है। उम्मीद है सारे ठीक होंगे। अल्लाह ताला सारे अपने घर खुश रखे, आबाद रखे, आमीन सुम्मा आमीन। ਅੱਜ ਦੀ ਵੀਡੀਓ ਜਿਹੜੀ ਆ ਬਹੁਤ ਹੀ ਜ਼ਬਰਦਸਤ ਹੋਣ ਵਾਲੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਵੇਂ ਚਾਵਲ ਜਿਹੜੇ ਆ ਉਹ ਕਿਸ ਤਰ੍ਹਾਂ ਬਣਾਏ ਜਾਂਦੇ ਆ। ਨਵੇਂ ਚਾਵਲ, ਸਰਦੀ ਦਾ ਮੌਸਮ ਆ, ਸਰਦੀਆਂ ਵਿੱਚ ਆਮ ਘਰਾਂ ਦੇ ਵਿੱਚ ਚਾਵਲ ਜਿਹੜੇ ਆ ਨਵੇਂ ਜਦੋਂ ਝੋਨਾ ਵਗੈਰਾ ਲਿਆ ਜਾਂਦਾ ਵਾ ਅਤੇ ਉਹਨਾਂ ਨੂੰ ਛਿੜਵਾ ਵੀ ਲਿਆ ਜਾਂਦਾ ਵਾ ਕਿ ਘਰ ਦੇ ਚਾਵਲ ਇਸਤੇਮਾਲ ਕਰਾਂਗੇ। ਲੇਕਿਨ ਹੁੰਦਾ ਕੀ ਆ ਕਿ ਬਹੁਤ ਸਾਰੀਆਂ ਭੈਣਾਂ ਦੇ ਕੋਲੋਂ ਨਵੇਂ ਚਾਵਲ ਜਿਹੜੇ ਸਹੀ ਤਰੀਕੇ ਨਾਲ ਬਣਦੇ ਨੇਗੇ, ਉਹ ਬਿਲਕੁਲ ਜੁੜ ਜਾਂਦੇ ਆ ਜਾਂ ਫਿਰ ਉਹ ਕੱਚੇ ਰਹਿ ਜਾਂਦੇ ਆ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਾਵਲ ਤੁਹਾਡੇ ਨਾ ਤਾਂ ਬਿਲਕੁਲ ਜੁੜਨਗੇ ਅਤੇ ਨਾ ਹੀ ਤੁਹਾਡੇ ਚਾਵਲ ਕੱਚੇ ਰਹਿਣਗੇ। ਤੁਸੀਂ ਇਹਨਾਂ ਨੂੰ ਕਿਸ ਤਰੀਕੇ ਨਾਲ ਧੋਣਾ ਵਾ, ਕਿਸ ਤਰੀਕੇ ਨਾਲ ਇਹਨਾਂ ਨੂੰ ਭਿਗੋ ਕੇ ਰੱਖਣਾ ਵਾ, ਕਿੰਨੇ ਟਾਈਮ ਲਈ ਤੁਸੀਂ ਇਹਨਾਂ ਨੂੰ ਭਿਗੋ ਕੇ ਰੱਖਣਾ ਵਾ, ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। ਇਹ 'ਚ ਪਾਣੀ ਕਿੰਨਾ ਪਾਉਣਾ ਵਾ, ਇਹਨੂੰ ਦਮ ਦੀ ਕਿੰਨੇ ਦੀ ਜ਼ਰੂਰਤ ਆ ਅਤੇ ਕਿੰਨੇ ਟਾਈਮ ਤੱਕ ਤੁਸੀਂ ਇਹਨੂੰ ਦਮ ਲਾਉਣਾ ਵਾ, ਸਾਰੀਆਂ ਚੀਜ਼ਾਂ ਜਾਣਨ ਵਾਸਤੇ ਵੀਡੀਓ ਨਾਲ ਤੁਸੀਂ ਜੁੜੇ ਰਹਿਣਾ ਵਾ। ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ। ਚਲੋ ਦੇਖਦੇ ਹਾਂ। ਸਭ ਤੋਂ ਪਹਿਲੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਚਾਵਲ ਧੋਣ ਤੋਂ। ਬਿਸਮਿल्लाहिर्रहमानिर्रहीम। ਇਹ ਦੇਖੋ ਘਰ ਦੇ ਛੜੇ ਹੋਏ ਚਾਵਲ ਆ ਅਤੇ ਇਹਨਾਂ ਚਾਵਲਾਂ ਦੇ ਵਿੱਚ ਕੋਈ ਚਾਵਲ ਅੱਧਾ ਵੀ ਆ, ਬਿਲਕੁਲ ਟੋਟਾ ਨਹੀਂ ਵੀ ਅੱਧਾ ਚਾਵਲ ਜਿਸ ਤਰ੍ਹਾਂ ਹੁੰਦਾ ਵਾ, ਪੂਰਾ ਚਾਵਲ ਅਤੇ ਅੱਧਾ ਚਾਵਲ ਇਹ ਮਿਕਸ ਹੀ ਆ। ਜ਼ਿਆਦਾ ਟੋਟਾ ਜਿਹੜਾ ਸੀ ਉਹ ਅਸੀਂ ਕੱਢ ਲਿਆ ਸੀ ਲੈਦਾ ਅਤੇ ਇਹਨੂੰ ਧੋਵਾਂਗੇ। ਦੇਖੋ ਅੱਛੇ ਤਰੀਕੇ ਦੇ ਨਾਲ ਹੱਥ ਮਾਰ ਕੇ ਇਹਨਾਂ ਨੂੰ ਤੁਸੀਂ ਧੋਣਾ ਵਾ। ਪਾਣੀ ਜਿਹੜਾ ਵਾ ਜਿੰਨੀ ਦੇਰ ਤੱਕ ਬਿਲਕੁਲ ਸਾਫ਼ ਪਾਣੀ ਨਾ ਆਉਣ ਲੱਗੇ ਉਨੀ ਦੇਰ ਤੱਕ ਤੁਸੀਂ ਇਹਨਾਂ ਨੂੰ ਪਹਿਲੇ ਧੋਣਾ ਵਾ। ਵੀਡੀਓ ਨੂੰ ਤੁਸੀਂ ਕਿਤੋਂ ਵੀ ਸਕਿਪ ਨਹੀਂ ਕਰਨਾ। ਜੇ ਤੁਸੀਂ ਵੀਡੀਓ ਨੂੰ ਸਕਿਪ ਕਰੋਗੇ ਤਾਂ ਫਿਰ ਗਰੰਟੀ ਨਹੀਂ, ਅਤੇ ਲੇਕਿਨ ਜੇ ਤੁਸੀਂ ਵੀਡੀਓ ਫੁੱਲ ਵਾਚ ਕਰ ਲਓਗੇ ਤਾਂ ਤੁਹਾਡੇ ਚਾਵਲ ਅੱਜ ਤੋਂ ਬਾਅਦ ਜੁੜਨਗੇ ਨਹੀਂ। ਅਤੇ ਇਹ ਦੇਖੋ ਪਾਣੀ ਬਿਲਕੁਲ ਸਾਫ਼ ਹੋ ਗਿਆ ਵਾ ਅਤੇ ਹੁਣ ਇਸ ਪਾਣੀ ਨੂੰ ਆਪਾਂ ਕੱਢ ਦਿਆਂਗੇ। ਅੱਛੇ ਤਰੀਕੇ ਦੇ ਨਾਲ ਆਪਾਂ ਟੂਟੀ ਦੇ ਪਾਣੀ ਦੇ ਨਾਲ ਇਹਨਾਂ ਨੂੰ ਧੋ ਲਿਆ ਵਾ। ਹੱਥ ਮਾਰ ਕੇ ਧੋਣਾ ਵਾ ਤਾਂ ਕਿ ਵਿੱਚ ਜਿਹੜਾ ਕੋਈ ਆਟਾ ਜਿਹਾ, ਦੂਧੀਆ ਜਿਹਾ ਪਾਣੀ ਜਿੰਨੀ ਦੇਰ ਤੱਕ ਹੁੰਦਾ ਰਹੇ ਉਨੀ ਦੇਰ ਤੱਕ ਉਹ ਨਿਕਲ ਜਾਵੇ। ਅਤੇ ਉਸ ਤੋਂ ਬਾਅਦ ਦੇਖੋ ਚਾਵਲ ਆਪਣੇ ਬਿਲਕੁਲ ਸਾਫ਼ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਪਾਉਣ ਲੱਗਿਆ ਵੀ ਕੰਜੂਸੀ ਨਹੀਂ ਕਰਨੀ। 2 ਬੜੇ ਚਮਚ ਮੈਂ ਫੁੱਲ ਜਿਹੜੇ ਆਪਣੇ ਚਾਵਲ ਖਾਣ ਵਾਲੇ ਚਮਚ ਹੁੰਦੇ ਆ ਨਾ, ਟੇਬਲ ਸਪੂਨ, ਉਹ ਫੁੱਲ ਭਰ ਕੇ ਪਾਏ ਆ। ਅਤੇ ਹੁਣ ਇਹਦੇ ਵਿੱਚ ਪਾਵਾਂਗੇ ਗਰਮ ਪਾਣੀ। ਗਰਮ ਪਾਣੀ ਬਿਲਕੁਲ ਉਬਲਦਾ ਹੋਇਆ ਨਹੀਂ, ਲੇਕਿਨ ਇੰਨਾ ਗਰਮ ਪਾਣੀ ਹੋਵੇ ਕਿ ਇਹਦੇ ਵਿੱਚ ਭਾਪ ਨਿਕਲਦੀ ਹੋਵੇ। ਨੀਮ ਗਰਮ ਤੋਂ ਜ਼ਿਆਦਾ ਗਰਮ ਪਾਣੀ ਹੋਣਾ ਚਾਹੀਦਾ ਵਾ। ਅਤੇ ਇਹਦੇ ਵਿੱਚ ਆਪਾਂ ਇਹਨਾਂ ਚਾਵਲਾਂ ਨੂੰ ਭਿਗੋ ਕੇ ਰੱਖ ਦਾਂਗੇ। ਚਾਵਲ ਭਿਗਾਉਣੇ ਤੁਸੀਂ ਕਿੰਨੀ ਦੇਰ ਆ, ਚਾਵਲ ਤੁਸੀਂ ਕਮ ਅਜ਼ ਕਮ ਅੱਧਾ ਘੰਟਾ ਭਿਗਾਉਣੇ ਆ। ਚਾਵਲ ਸਹੀ ਤਰੀਕੇ ਨਾਲ ਭਿੱਜੇ ਹੋਣ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਚਾਵਲ ਜਿਹੜਾ ਸਾਰਾ ਤੁਹਾਨੂੰ ਬਿਲਕੁਲ ਸਫੇਦ ਜਿਹਾ ਨਜ਼ਰ ਆਉਂਦਾ ਵਾ, ਕਿ ਜਦੋਂ ਅੱਛੇ ਤਰੀਕੇ ਦੇ ਨਾਲ ਪਾਣੀ ਨੂੰ ਸੋਕ ਕਰ ਲੈਂਦਾ ਵਾ ਅਤੇ ਬਿਲਕੁਲ ਸਫੇਦ ਜਿਹਾ ਚਾਵਲ ਹੋ ਜਾਂਦਾ ਵਾ, ਦੂਧੀਆ ਜਿਹਾ। ਅਤੇ ਚਾਵਲ ਆਪਾਂ ਭਿਗੋ ਕੇ ਰੱਖ ਦਿੱਤੇ। ਜਦੋਂ ਚਾਵਲ ਭਿਗੋਇਆ ਹੋਇਆਂ ਨੂੰ ਤੁਹਾਨੂੰ 20 ਮਿੰਟ ਹੋ ਜਾਣ, ਉਸ ਟਾਈਮ ਤੁਸੀਂ ਚਾਵਲ ਪਕਾਉਣ ਦੀ ਤਿਆਰੀ ਸ਼ੁਰੂ ਕਰ ਲੈਣੀ ਹੈ। ਪਿਆਜ਼ ਸ਼ਾਮਿਲ ਕਰਾਂਗੇ। ਘੀ ਗਰਮ ਕਰਕੇ ਪਿਆਜ਼ ਬਰਾਊਨ ਹੋ ਗਿਆ ਵਾ ਅਤੇ ਉਹਦੇ ਵਿੱਚ ਪਾਣੀ ਦਾ ਛਿੱਟਾ ਲਾਵਾਂਗੇ। ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਬਹੁਤ ਹੀ ਮਜ਼ੇ ਦੇ, ਬਹੁਤ ਹੀ ਜ਼ਬਰਦਸਤ ਤੁਹਾਡੇ ਵੈਜੀਟੇਬਲ ਰਾਈਸ ਬਣਨਗੇ ਜੇ ਤੁਸੀਂ ਇਹਨਾਂ ਨੂੰ ਇਸੇ ਤਰੀਕੇ ਨਾਲ ਸਟੈਪ ਬਾਏ ਸਟੈਪ ਫੋਲੋ ਕਰਕੇ ਬਣਾਓਗੇ। ਇਸ ਚੀਜ਼ ਦਾ ਵੀ ਤੁਸੀਂ ਖਿਆਲ ਰੱਖਣਾ ਵਾ ਕਿ ਤੁਸੀਂ ਜਦੋਂ ਚਾਵਲ ਭਿਗੋ ਦਿੱਤੇ ਆ ਤਾਂ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਪਕਾਉਣਾ ਕਿਦੋਂ ਸ਼ੁਰੂ ਕਰਨਾ ਵਾ। ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ 20 ਮਿੰਟ ਜਦੋਂ ਚਾਵਲਾਂ ਨੂੰ ਭਿੱਜਿਆਂ ਨੂੰ ਹੋ ਜਾਣ, ਫਿਰ ਤੁਸੀਂ ਚਾਵਲ ਪਕਾਉਣ ਦੀ ਤਿਆਰੀ ਸ਼ੁਰੂ ਕਰ ਦੇਣੀ ਆ। ਅਤੇ 10 ਮਿੰਟ ਲੱਗਣਗੇ ਮਸਾਲਾ ਬਣਦੇ ਆ, ਤਾਂ ਉਨੀ ਦੇਰ ਤੱਕ ਚਾਵਲਾਂ ਦਾ ਅੱਧਾ ਘੰਟਾ ਪੂਰਾ ਹੋ ਜਾਏਗਾ। ਜ਼ਿਆਦਾ ਨਹੀਂ ਭਿਗਾਉਣਾ, ਇਸ ਤੋਂ ਕਮ ਨਹੀਂ ਭਿਗਾਉਣਾ। ਲਸਣ ਦਾ ਪਾਊਡਰ ਸ਼ਾਮਿਲ ਕਰ ਦਾਂਗੇ, ਅਦਰਕ ਦਾ ਪਾਊਡਰ ਸ਼ਾਮਿਲ ਕਰ ਦਾਂਗੇ, ਸੁਰਖ ਮਿਰਚ ਸ਼ਾਮਿਲ ਕੀਤੀ। ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਸ਼ਾਮਿਲ ਕਰਨੀਆਂ ਵਾ। ਸੁੱਕਾ ਧਨੀਆ ਸ਼ਾਮਿਲ ਕਰ ਦਿੱਤਾ, ਸੁੱਕਾ ਧਨੀਆ ਥੋੜ੍ਹਾ ਜ਼ਿਆਦਾ ਪਾਈਓ। ਅਤੇ ਹਲਦੀ ਥੋੜ੍ਹੀ ਜਿਹੀ ਸ਼ਾਮਿਲ ਕਰ ਦਿੱਤੀ ਆ। ਵੈਸੇ ਚਾਵਲਾਂ ਵਿੱਚ ਹਲਦੀ ਨਾ ਵੀ ਪਾਓ ਤਾਂ ਚੱਲਦਾ ਹੈ। ਪਾਣੀ ਦਾ ਛਿੱਟਾ ਲਾਵਾਂਗੇ। ਇਹਦੀ ਕਰਾਂਗੇ ਭੁਨਾਈ ਅੱਛੇ ਤਰੀਕੇ ਦੇ ਨਾਲ। ਮੇਰਾ ਥੋੜ੍ਹਾ ਜਿਹਾ ਵਾਚ ਟਾਈਮ ਰਹਿੰਦਾ ਵਾ, ਉਹ ਪਤਾ ਨਹੀਂ ਕਿਸ ਵਜ੍ਹਾ ਤੋਂ ਰੁਕਿਆ ਹੋਇਆ ਵਾ, ਕਿ ਜਿਹੜਾ ਡੇਲੀ ਦਾ ਵਾਚ ਟਾਈਮ ਆ ਤਕਰੀਬਨ 1 ਮਹੀਨਾ ਹੀ ਹੋ ਚੱਲਾ ਤਕਰੀਬਨ, ਉਹ ਕਾਊਂਟ ਨਹੀਂ ਹੋ ਰਿਹਾ। ਵਾਚ ਟਾਈਮ ਪਤਾ ਨਹੀਂ ਕਾਊਂਟ ਕਿਉਂ ਨਹੀਂ ਹੋ ਰਿਹਾ। ਇਸ ਲਈ ਤੁਹਾਨੂੰ ਰਿਕੁਐਸਟ ਆ ਕਿ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋ ਅਤੇ ਨਾਲ ਕੋਈ 2-4 ਵੀਡੀਓਜ਼ ਹੋਰ ਵੀ ਵਾਚ ਕਰ ਦਿਓ, ਅਤੇ ਸ਼ਾਇਦ ਮੇਰਾ ਵਾਚ ਟਾਈਮ ਜਿਹੜਾ ਵਾ ਉਹ ਚੱਲ ਪਵੇ ਅੱਗੇ। ਅਤੇ ਮੇਰੇ ਕੋਲ ਵੈਸੇ ਵੀ ਥੋੜ੍ਹਾ ਜਿਹਾ ਟਾਈਮ ਰਹਿ ਗਿਆ ਵਾ, ਅਤੇ ਨਹੀਂ ਤਾਂ ਫਿਰ ਬਹੁਤ ਜ਼ਿਆਦਾ ਟਾਈਮ ਮੈਨੂੰ ਦੁਬਾਰਾ ਪੂਰਾ ਕਰਨਾ ਪਏਗਾ। 2 ਚਮਚ ਨਮਕ ਦੇ ਸ਼ਾਮਿਲ ਕਰ ਦਿੱਤੇ ਆ। ਅਤੇ ਚਮਚ ਨਮਕ ਜਿਹੜਾ ਵਾ ਇੱਥੇ ਤੁਸੀਂ ਧਿਆਨ ਨਾਲ ਹੀ ਸ਼ਾਮਿਲ ਕਰਨਾ ਵਾ। ਵੈਸੇ ਤਾਂ 1 ਚਮਚ ਨਾ ਅੱਧਾ ਕਿਲੋ ਚਾਵਲਾਂ ਦੇ ਵਿੱਚ ਮੈਂ ਪਾਉਂਦੀ ਹੁੰਦੀ ਹਾਂ ਸਾਡੇ ਟੇਸਟ ਦੇ ਮੁਤਾਬਕ, ਲੇਕਿਨ ਅੱਜ ਮੈਂ 2 ਚਮਚ ਹੀ ਪਾਏ ਆ ਕਿਉਂਕਿ ਚਾਵਲ ਭਿਗੋਏ ਸੀਗੇ, ਉਹਨਾਂ ਵਿੱਚ ਵੀ ਨਮਕ ਪਾਇਆ ਸੀ। ਬਾਅਦ ਦੇ ਵਿੱਚ ਚੈੱਕ ਕਰ ਲਾਂਗੇ, ਜੇ ਤਾਂ ਕਮ ਲੱਗਾ ਤਾਂ ਪਾ ਲਾਂਗੇ ਹੋਰ, ਨਾ ਕਮ ਲੱਗਾ ਤਾਂ ਬਿਲਕੁਲ ਪੂਰਾ ਹੋਏਗਾ ਅਤੇ ਫਿਰ ਚਲੋ ਉਸ ਤਰੀਕੇ ਨਾਲ ਮੈਨੇਜ ਹੋ ਜਾਏਗਾ। ਅਤੇ ਮਸਾਲਾ ਆਪਣਾ ਭੁੰਨ ਹੋ ਗਿਆ ਵਾ। ਮਟਰ ਸ਼ਾਮਿਲ ਕਰ ਦਿਆਂਗੇ, ਗਾਜਰਾਂ ਸ਼ਾਮਿਲ ਕਰ ਦਿਆਂਗੇ। ਗਾਜਰ ਥੋੜ੍ਹੀ ਬਾਰੀਕ ਹੀ ਕੱਟੀ ਹੋ, ਬਹੁਤ ਜ਼ਿਆਦਾ ਮੋਟੀਆਂ ਗਾਜਰਾਂ ਕੱਟੀਆਂ ਹੋਈਆਂ ਅੱਛੀਆਂ ਨਹੀਂ ਲੱਗਦੀਆਂ ਚਾਵਲਾਂ ਦੇ ਵਿੱਚ। ਅਤੇ ਆਲੂ ਸ਼ਾਮਿਲ ਕਰ ਦਿੱਤੇ ਆ। ਅਤੇ ਇਹਨਾਂ ਸਾਰੀਆਂ ਸਬਜ਼ੀਆਂ ਦੀ ਅੱਛੇ ਤਰੀਕੇ ਦੇ ਨਾਲ ਆਪਾਂ ਭੁਨਾਈ ਕਰਨੀ ਆ। ਭੁਨਾਈ 'ਤੇ ਕੋਈ ਕੰਪਰੋਮਾਈਜ਼ ਨਹੀਂ ਕਰਨਾ। ਕੋਸ਼ਿਸ਼ ਕਰਨੀ ਹੈ ਕਿ ਸਬਜ਼ੀਆਂ ਇੱਥੇ ਗਲ ਜਾਣ ਅੱਛੇ ਤਰੀਕੇ ਦੇ ਨਾਲ।
ਕਿਉਂਕਿ ਗਾਜਰ ਨੂੰ ਗਲਣ ਤੋਂ ਬਾਅਦ ਇਹਦੀ ਭੁਨਾਈ ਹੋਵੇ ਤੇ ਫਿਰ ਹੀ ਇਹਦਾ ਅੱਛਾ ਜਿਹਾ ਟੇਸਟ ਆਉਂਦਾ, ਨਹੀਂ ਤੇ ਜਿਹੜਾ ਗਾਜਰ ਦਾ ਪਾਣੀ ਦੇ ਵਿੱਚ ਹੋਏਗਾ ਤੇ ਉਹ ਟੇਸਟ ਨਾ ਅੱਛਾ ਨਹੀਂ ਆਏਗਾ। ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਸ਼ਾਮਿਲ ਕਰ ਰਹੇ ਹਾਂ। ਪਾਣੀ ਕਿਸ ਹਿਸਾਬ ਨਾਲ ਸ਼ਾਮਿਲ ਕੀਤਾ, ਇਹ ਵਾਲਾ ਡੋਂਗਾ ਜਿਹੜਾ ਮੈਂ ਜਿਹਦੇ ਨਾਲ ਇਹ ਪਾਣੀ ਪਾ ਰਹੀ ਹਾਂ, ਇਹ ਮੇਰੇ 4 ਮੱਗ ਸੀਗੇ ਮੇਰੇ ਚਾਵਲਾਂ ਦੇ। ਤੇ ਹੁਣ ਪਾਣੀ ਆਪਾਂ 1.5 ਦੇ ਹਿਸਾਬ ਨਾਲ ਪਾਈਏ ਤੇ 6 ਮੱਗ ਬਣਦੇ ਆ, ਤੇ ਜੇ ਸਵਾ ਦੇ ਹਿਸਾਬ ਨਾਲ ਪਾਈਏ ਤੇ 5 ਮੱਗ ਬਣਦੇ ਆ। ਤੇ ਨਾ ਆਪਾਂ 1.5 ਦੇ ਹਿਸਾਬ ਨਾਲ ਪਾਣੀ ਪਾਉਣਾ ਵਾ ਤੇ ਨਾ ਹੀ ਸਵਾ ਦੇ ਹਿਸਾਬ ਨਾਲ ਪਾਉਣਾ ਵਾ ਪਾਣੀ। ਆਪਾਂ ਇਹਦੇ ਵਿੱਚ ਪਾ ਦਿੱਤਾ ਵਾ 5.5 ਮੱਗ, ਠੀਕ ਆ। 6 ਮੱਗ ਬਣਨੇ ਸੀ 1.5 ਦੇ ਹਿਸਾਬ ਨਾਲ, ਤੇ ਅੱਧਾ ਮੱਗ ਕਮ ਪਾਇਆ ਵਾ ਕਿਉਂਕਿ ਇੰਨਾ ਹੀ ਬਿਲਕੁਲ ਮੇਜਰਮੈਂਟ ਠੀਕ ਰਹੇਗੀ। ਤੇ ਖੜੇ ਮਸਾਲੇ ਜਿੰਨੇ ਸਾਰੇ ਸਾਬਤ ਹੁੰਦੇ ਆ ਉਹ ਮੈਂ ਸਾਰੇ ਇਹਦੇ ਵਿੱਚ ਸ਼ਾਮਿਲ ਕਰ ਦਿੱਤੇ। ਜਦੋਂ ਪਾਣੀ ਨੂੰ ਬੋਇਲ ਆ ਗਿਆ ਤੇ ਥੋੜ੍ਹੀ ਦੇਰ ਲਈ ਉਹਨੂੰ ਦੁਬਾਰਾ ਲਿਡ ਲਾਤਾ ਤਾਂ ਕਿ ਉਹਨਾਂ ਦਾ ਫਲੇਵਰ ਅੱਛੇ ਤਰੀਕੇ ਨਾਲ ਨਿਕਲ ਆਵੇ। ਤੇ ਹੁਣ ਆਪਾਂ ਇਹਦੇ ਵਿੱਚ ਚਾਵਲ ਸ਼ਾਮਿਲ ਕਰ ਦਿਆਂਗੇ ਜਿਹੜੇ ਆਪਾਂ ਅੱਧਾ ਘੰਟਾ ਭਿਗੋ ਕੇ ਰੱਖੇ ਸੀਗੇ। ਬਹੁਤ ਹੀ ਮਜ਼ੇ ਦੀ ਖੁਸ਼ਬੂ ਆ ਰਹੀ ਹੈ ਕਿਉਂਕਿ ਸਬਜ਼ੀਆਂ ਵੀ ਆਪਾਂ ਬਹੁਤ ਅੱਛੇ ਤਰੀਕੇ ਦੇ ਨਾਲ ਭੁੰਨ ਲਈਆਂ ਵਾ ਤੇ ਅੱਛਾ ਜਿਹਾ ਟੇਸਟ ਬਣੇਗਾ ਚਾਵਲਾਂ ਦਾ। ਹੁਣ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਮਿਕਸ ਕਰਕੇ ਤੇ ਲਿਡ ਲਾ ਦਿੰਦੇ ਹਾਂ। ਮੀਡੀਅਮ ਫਲੇਮ 'ਤੇ ਤੁਸੀਂ ਇਹਨੂੰ ਲਿਡ ਲਾਉਣਾ ਵਾ। ਤੇ ਇਹ ਦੇਖੋ ਪਾਣੀ ਤਕਰੀਬਨ ਡਰਾਈ ਹੋ ਗਿਆ ਵਾ, ਆਲਮੋਸਟ ਅੱਧਾ ਪਾਣੀ ਡਰਾਈ ਹੋ ਗਿਆ ਵਾ, ਅੱਧਾ ਪਾਣੀ ਅਜੇ ਇਹਦੇ ਵਿੱਚ ਹੈਗਾ ਵਾ। ਤੇ ਇਹਦੇ ਵਿੱਚ ਸਿਰਕਾ ਪਾਵਾਂਗੇ ਤਕਰੀਬਨ 2 ਤੋਂ 3 ਚਮਚ ਇਹਦੇ ਵਿੱਚ ਮੈਂ ਸਿਰਕੇ ਦੇ ਸ਼ਾਮਿਲ ਕਰ ਦਿੱਤੇ ਆ। ਆਮ ਜਿਹੜਾ ਵਾਈਟ ਵਿਨੀਗਰ ਹੁੰਦਾ ਵਾ ਜਿਹੜਾ ਆਪਾਂ ਗੋਸ਼ਤ ਵਗੈਰਾ ਧੋਣ ਦੇ ਵਾਸਤੇ ਇਸਤੇਮਾਲ ਕਰੀਦਾ ਵਾ ਉਹੀ ਆ। ਇਹ ਤੁਹਾਡੇ ਕੋਲ ਨਾ ਹੋਵੇ ਤਾਂ ਤੁਸੀਂ ਲੈਮਨ ਦੇ ਜੂਸ ਦੇ ਵੀ 2-3 ਚਮਚ ਇਹਦੇ ਵਿੱਚ ਪਾ ਸਕਦੇ ਹੋ। ਤੇ ਇਹ ਦੇਖੋ ਮਾਸ਼ਾਅੱਲਾ ਪਾਣੀ ਹੁਣ ਡਰਾਈ ਹੋ ਗਿਆ ਵਾ, ਬਿਲਕੁਲ ਥੋੜ੍ਹਾ ਪਾਣੀ ਹੈਗਾ ਵਾ ਇਹਨਾਂ ਵਿੱਚ ਚਾਵਲਾਂ 'ਚ। ਇਹ ਤੁਹਾਨੂੰ ਸਾਈਡਾਂ ਤੋਂ ਨਜ਼ਰ ਆ ਰਿਹਾ ਹੋਏਗਾ। ਤੇ ਚਾਵਲ ਵੀ ਆਪਣਾ ਦੇਖੋ ਤਕਰੀਬਨ 90% ਤੱਕ ਡਨ ਹੋ ਗਿਆ ਵਾ। ਇਹਦਾ ਮਤਲਬ ਆ ਕਿ ਆਪਾਂ ਨੂੰ ਹੁਣ ਇਹਦੇ ਵਿੱਚ ਕੋਈ ਹੋਰ ਪਾਣੀ ਵਗੈਰਾ ਦੀ ਜ਼ਰੂਰਤ ਨਹੀਂ। ਲੇਕਿਨ ਦਮ ਲਾਉਣ 'ਚ ਆਪਾਂ ਇੱਕ ਇਹਤਿਆਤ ਕਰਨੀ ਆ, ਉਹ ਕੀ ਕਰਨੀ ਆ ਮੈਂ ਤੁਹਾਨੂੰ ਦੱਸਦੀ ਹਾਂ। ਇੱਕ ਕੱਪੜਾ ਲਵਾਂਗੇ, ਸਾਫ਼ ਸੁਥਰਾ ਕੱਪੜਾ ਲੈ ਲਓ ਜਾਂ ਪੋਣਾ ਲੈ ਲਓ ਰੋਟੀਆਂ ਵਾਲਾ। ਇਹਨੂੰ ਅੱਛੇ ਤਰੀਕੇ ਦੇ ਨਾਲ ਗਿੱਲਾ ਕਰਕੇ, ਤੇ ਜ਼ਿਆਦਾ ਨਹੀਂ ਤੁਸੀਂ ਨਿਚੋੜਨਾ, ਨਾ ਉਹਨੂੰ ਬਿਲਕੁਲ ਖੁਸ਼ਕ ਕਰਨਾ ਵਾ ਤੇ ਨਾ ਹੀ ਬਿਲਕੁਲ ਗਿੱਲਾ ਰਹਿਣ ਦੇਣਾ। ਤੇ ਦਮ ਦੇ ਦਿਆਂਗੇ। ਤੇ ਇਹ ਦਮ ਜਿਹੜਾ ਮੈਂ ਦਿੱਤਾ ਵਾ ਇਹਨੂੰ ਮੈਂ 15 ਮਿੰਟ ਦਮ ਦਿੱਤਾ ਸੀਗਾ ਦਮ ਵਾਲੇ ਫਲੇਮ 'ਤੇ। ਤੇ ਉਸ ਤੋਂ ਬਾਅਦ ਜਿਹੜਾ ਵਾ 15 ਮਿੰਟ ਉਹਨੂੰ ਬਿਲਕੁਲ ਨਹੀਂ ਖੋਲ੍ਹਿਆ, 15 ਮਿੰਟ ਚੁੱਲ੍ਹਾ ਬੰਦ ਕਰ ਦਿੱਤਾ। 15 ਮਿੰਟ ਚੁੱਲ੍ਹਾ ਚੱਲਦਾ ਰਿਹਾ ਦਮ ਦਾ, 15 ਮਿੰਟ ਬੰਦ ਕਰ ਦਿੱਤਾ। ਜਦੋਂ 15 ਮਿੰਟ ਚੁੱਲ੍ਹਾ ਬੰਦ ਕੀਤੇ ਨੂੰ ਹੋ ਗਿਆ, ਉਸ ਤੋਂ ਬਾਅਦ ਆਪਾਂ ਇਹਨੂੰ ਓਪਨ ਕਰਨਾ ਵਾ ਤੇ ਚਾਵਲਾਂ ਨੂੰ ਹਿਲਾ ਲਾਂਗੇ ਅੱਛੇ ਤਰੀਕੇ ਦੇ ਨਾਲ। ਆਹਿਸਤਾ ਹਲਕੇ ਹੱਥ ਨਾਲ ਤੁਸੀਂ ਹਿਲਾਣੇ ਆ। ਤੇ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੇ ਚਾਵਲ ਆਪਣੇ ਬਣ ਕੇ ਤਿਆਰ ਹੋ ਗਏ। ਨਏ ਚਾਵਲ ਆ, ਕੋਈ ਨਹੀਂ ਪਹਿਚਾਣ ਸਕੇਗਾ ਕਿ ਨਵੇਂ ਚਾਵਲ ਬਣਾਏ ਆ। ਤੇ ਦੇਖ ਲਓ ਇੱਕ ਦਾਣਾ ਬਿਲਕੁਲ ਕੱਲਾ ਵਾ। ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਮੇਰੇ ਬਾਕੀ ਦੇ ਚੈਨਲ ਦਾ ਵੀ ਵਿਜ਼ਿਟ ਕਰੋ, ਬਹੁਤ ਹੀ ਅੱਛੀਆਂ ਅਤੇ ਅਥੈਂਟਿਕ ਰੈਸਿਪੀਜ਼ ਪਈਆਂ ਨੇ। ਨੋ ਫੇਲ ਰੈਸਿਪੀਜ਼ ਨੇ। ਜਿਹੜੀ ਵੀ ਰੈਸਿਪੀ ਤੁਹਾਨੂੰ ਦੱਸੀ ਜਾਂਦੀ ਆ ਉਹਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੁੰਦੀ ਕਿ ਜਿਹੜੀ ਤੁਹਾਨੂੰ ਖੜੇ ਪੈਰ ਬਾਜ਼ਾਰੋਂ ਲੈ ਕੇ ਆਉਣੀ ਪਵੇ। ਸਾਰੀਆਂ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਮੌਜੂਦ ਹੁੰਦੀਆਂ ਵਾ। ਤੇ ਸਸਤੀਆਂ ਚੀਜ਼ਾਂ ਦੇ ਨਾਲ ਲੋ ਬਜਟ ਰੈਸਿਪੀਜ਼ ਤੁਹਾਨੂੰ ਦੱਸੀਆਂ ਜਾਂਦੀਆਂ ਵਾ। ਤੁਸੀਂ ਇਹਨਾਂ ਨੂੰ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ। ਖਾਸ ਤੌਰ 'ਤੇ ਜਿਹੜੀਆਂ ਨਵੀਆਂ ਬੱਚੀਆਂ ਨਵੀਂ ਕੁਕਿੰਗ ਸਿੱਖ ਰਹੀਆਂ ਵਾ ਉਹ ਜ਼ਰੂਰ ਮੇਰੀਆਂ ਵੀਡੀਓਜ਼ ਦੇਖਿਆ ਕਰੋ ਤਾਂ ਕਿ ਤੁਹਾਨੂੰ ਵੀ ਪਤਾ ਚੱਲੇ ਕਿ ਕੁਕਿੰਗ ਜਿਹੜੀ ਆ ਕਿਸ ਤਰੀਕੇ ਨਾਲ ਕੀਤੀ ਜਾਂਦੀ ਆ। ਖਾਸ ਤੌਰ 'ਤੇ ਜਦੋਂ ਛੁੱਟੀਆਂ ਹੁੰਦੀਆਂ ਵਾ ਉਦੋਂ ਆਪਣੀਆਂ ਅੰਮੀਆਂ ਦੇ ਨਾਲ ਹੱਥ ਵਟਾਇਆ ਕਰੋ ਕਿਚਨ ਦੇ ਵਿੱਚ। ਇਸ ਤਰ੍ਹਾਂ ਅੰਮੀਆਂ ਨੂੰ ਵੀ ਖੁਸ਼ੀ ਹੁੰਦੀ ਆ ਤੇ ਤੁਹਾਨੂੰ ਆਪ ਵੀ ਖੁਸ਼ੀ ਹੋਏਗੀ ਕਿ ਅਸੀਂ ਕੋਈ ਚੀਜ਼ ਬਣਾ ਕੇ ਆਪਣੇ ਘਰਦਿਆਂ ਨੂੰ ਖਿਲਾਈ ਆ ਤੇ ਘਰਦਿਆਂ ਨੇ ਸਾਡੀ ਤਾਰੀਫ ਕੀਤੀ ਆ। ਬਹੁਤ ਹੀ ਜ਼ਬਰਦਸਤੀਆਂ ਰੈਸਪੀਜ਼ ਵਾਸਤੇ ਮੇਰੇ ਪੂਰੇ ਚੈਨਲ ਦਾ ਵਿਜ਼ਿਟ ਕਰੋ। ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਮਿਲਦੇ ਹਾਂ ਨੈਕਸਟ ਵੀਡੀਓਜ਼। ਅੱਲਾ ਹਾਫਿਜ਼।